ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਦੇਸ਼ ਤੋਂ ਵਿਦੇਸ਼ ਤੇ ਮੈਂ ਮਨਦੀਪ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਸਵਾਗਤ ਕਰਦੇ ਹਾਂ। ਉਮੀਦ ਕਰਦੇ ਹਾਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਜੀ। ਲੈ ਕੇ ਆ ਗਏ ਬੇहद ਖਾਸ ਪ੍ਰੋਗਰਾਮ। ਮਨ 'ਚ ਤੁਸੀਂ ਵੀ ਬਹੁਤ ਸਾਰੇ ਸਵਾਲ ਲੈ ਕੇ ਇਸ ਟਾਈਮ ਬੈਠੇ ਹੋਵੋਗੇ ਵੀ ਕੈਨੇਡਾ ਜਾਣਾ ਹੈ, ਸਟੱਡੀ ਆਰਟਸ ਦੀ ਹੈਗੀ ਆ, ਸਾਇੰਸ ਦੀ ਹੈਗੀ ਆ, ਕਮਰਸ ਦੀ ਹੈਗੀ ਆ, ਕਿਹੜਾ ਸਬਜੈਕਟ ਸਾਨੂੰ ਚੂਜ਼ ਕਰਨਾ ਚਾਹੀਦਾ ਹੈ। ਨੰਬਰ ਹੈਗੇ ਨੇ ਬੈਂਡ ਸਕੋਰ 5.5 ਇੱਕ ਮੋਡਿਊਲ ਦੇ ਵਿੱਚ ਰਹਿ ਗਿਆ। ਸੋ ਬਹੁਤ ਸਾਰੇ ਸਵਾਲ ਹੋਣਗੇ, ਗੈਪ ਵੀ ਲੈ ਕੇ ਬੈਠੇ ਹੋਣਗੇ, वर्क एक्सपीरियंस भी होगा लेकिन कुछ भी समझ नहीं आ रहा होगा। सो बेहद खास जो प्रोग्राम अज असीं लैके आ गए इन्हां सारे ही सवालों के उत्ते खास चर्चा करांगे। खास गलबात लई मंच ते अज सद्दा दिता है जी चोपड़ा कंसल्टेंसी तो गुणताज मैम नूं। सो स्वागत करते हैं। सत श्री अकाल जी। सत श्री अकाल मनदीप जी, की हाल है? बहुत वधिया जी, तुसीं सुणाओ? बहुत वधिया, बहुत वधिया। पहला ते हैप्पी न्यू ईयर। तुसीं अज साडे नाल मंच साझा कर रहे हो। सो नवें साल दे विच असीं पैर धर लिया। बिल्कुल सो बिल्कुल। नवें साल दे उत्ते जिहड़ा पहला जिहड़ा असीं हुण शो करन लगे हां तुहाडे नाल। सो इस टाइम दे उत्ते ना बहुत सारे बच्चे ऐसे ने बायोमैट्रिक्स नूं लैके बच्चा बहुत कन्फ्यूज होया होया है। जैन इनटेक वाला जिहड़ा बच्चा, कईयां नूं बायोमैट्रिक्स दी डेट मिल गई, कईयां दे लेट हो गए। सो बच्चा जिहड़ा है, कई बच्चे जिहड़े ने एक्सटेंशन चाहुंदे ने, डिले चाहुंदे ने, डैफर चाहुंदे ने। सो की करना चाहिए? बच्चों दा भविख किस तरीके नाल देखदे हो तुसीं? जे आपां बायोमैट्रिक्स दी गल करिए, स्पैशली जनवरी इनटेक दे बच्चों दी आपां जे गल करिए, सो बहुत बच्चे इहो जे ने, बिकॉज सानू जिवें सारिਆਂ ਨੂੰ पता है कि 2 ਦਸੰਬਰ ਤੋਂ स्टूडेंट वीज़ा ਲਈ बायोमैट्रिक्स ओपन होए सी एंड इन्ने बैकलॉग सीगे ते सारे बच्चों दी ਜ਼ਰੂਰੀ नहीं है कि डेट उसे दे विच आई होए। एंड जे आपां क्लासेस स्टार्ट होण दी गल करिए, ਜਿਹੜੀ जनवरी इनटेक है ਉਹ 1st-2nd ਵੀਕ ਦੇ ਵਿੱਚ क्लासेस स्टार्ट हो ਜਾਂਦੀ है। सो इस सब ਨੂੰ ਲੈ ਕੇ ਬਾਇਓਮੈਟ੍ਰਿਕਸ ਬਹੁਤ ਬੱਚਿਆਂ ਦੇ ਪੈਂਡਿੰਗ ਹੈ ਜਾਂ ਜਿਨ੍ਹਾਂ ਦੇ ਹੋ ਚੁੱਕੇ ਹੈ ਉਹਨਾਂ ਦੇ ਰਿਜ਼ਲਟ ਪੈਂਡਿੰਗ ਹੈ ਬਿਕੋਜ਼ ਵਿੱਚ ਐਮਬੈਸੀ ਦੀ ਛੁੱਟੀਆਂ ਆ ਗਈਆਂ। ਸੋ ਜੇ ਆਪਾਂ ਉਹ ਸਾਰੀ ਚੀਜ਼ਾਂ ਨੂੰ ਦੇਖੀਏ ਤੇ ਰਿਜ਼ਲਟ ਬਹੁਤ ਡੀਲੇਡ ਹੈ। ਤੇ ਦੂਜੀ ਗੱਲ ਆਪਾਂ ਕਰੇ ਜਿਨ੍ਹਾਂ ਦੇ ਰਿਜ਼ਲਟ ਆ ਰਹੇ ਹਨ ਪਰ ਕਲਾਸਿਸ ਸਟਾਰਟ ਹੋ ਚੁੱਕੀਆਂ ਹੈ। ਸੋ ਜੇ ਆਪਾਂ ਇਸ ਚੀਜ਼ ਨੂੰ ਦੇਖੀਏ ਤੇ ਬੱਚਿਆਂ ਨੂੰ ਆਨਲਾਈਨ ਕਲਾਸਿਸ ਸਟਾਰਟ ਕਰ ਸਕਦੇ। ਬਸ ਤੁਸੀਂ ਆਪਣੀ ਕਾਲਜ ਯੂਨੀਵਰਸਿਟੀ ਨੂੰ ਇਨਫੋਰਮ ਕਰਨਾ ਹੈ that your result is awaited ਐਂਡ ਜਿਵੇਂ ਰਿਜ਼ਲਟ ਆਏਗਾ ਤੁਸੀਂ ਆਪਣੀ ਕਾਲਜ ਯੂਨੀਵਰਸਿਟੀ ਦੇ ਪੋਰਟਲ ਤੇ ਅਪਡੇਟ ਕਰਕੇ ਆਪਣੀ ਆਨਲਾਈਨ ਕਲਾਸਿਸ ਸਟਾਰਟ ਕਰ ਸਕਦੇ ਹੋ। ਐਂਡ ਜਿਵੇਂ ਤੁਹਾਡੀ ਟਰੈਵਲ ਰਿਸਟ੍ਰਿਕਸ਼ਨ ਥੋੜੀ ਜਿਹੀਆਂ ਖੁੱਲਣ ਗਿਆ, ਜਿਵੇਂ ਸਾਰਿਆਂ ਨੂੰ ਅਪਡੇਟ ਮਿਲ ਜਾਏਗੀ ਐਂਡ ਦੈਨ ਯੂ ਕੈਨ ਟਰੈਵਲ ਐਂਡ ਸਟਾਰਟ ਯੋਰ ਆਫਲਾਈਨ ਕਲਾਸਿਸ ਆਲਸੋ। ਗੁਣਤਾਜ ਜੀ, ਇੱਕ ਨਾ ਸਵਾਲ ਇਹ ਵੀ ਹੈਗਾ ਵੀ ਬਹੁਤ ਸਾਰੇ ਬੱਚੇ ਐਸੇ ਨੇ ਜਿਹੜੇ ਸੋਚਦੇ ਪਏ ਨੇ ਵੀ ਅਸੀਂ ਇੱਥੇ ਸਟੱਡੀ ਕਰ ਲਾਂਗੇ, ਸਾਡੀ ਜਿਹੜੀ ਸਟੱਡੀ ਹੈ ਉੱਥੇ ਜਾ ਕੇ ਕਾਊਂਟ ਹੋਊਗੀ ਕਿ ਨਹੀਂ ਕੱਲ ਨੂੰ ਵਰਕ ਪਰਮਿਟ ਚ, ਕਿਉਂਕਿ ਜਿਹੜਾ ਵੀ ਬੱਚਾ ਇੱਥੋਂ ਜਾ ਰਿਹਾ ਉਹਦਾ ਭਵਿੱਖ ਇਹੀ ਹੈ ਵੀ ਉਹਨੇ ਉੱਥੇ ਜਾ ਕੇ ਸੈਟਲ ਹੋਣਾ। ਸੋ ਕੋਈ ਪ੍ਰੋਬਲਮ ਤੇ ਨਹੀਂ ਆਊਗੀ ਜੇ ਉਹ ਘਰ ਬੈਠੇ ਸਟੱਡੀ ਕਰ ਰਿਹਾ ਇਸ ਵੇਲੇ? ਨਹੀਂ ਜੀ, ਅਦਰਵਾਈਜ਼ ਆਪਾਂ ਗੱਲ ਕਰੀਏ ਤੇ ਬਿਲਕੁਲ ਇਸ ਚੀਜ਼ ਦਾ ਬਹੁਤ ਫਰਕ ਪੈਂਦਾ ਹੈ। ਬਟ ਸੀ ਕਰੋਨਾ ਦੇ ਟਾਈਮ ਨੂੰ ਲੈ ਕੇ ਸਿਚੁਏਸ਼ਨ ਬਿਲਕੁਲ ਡਿਫਰੈਂਟ ਹੈਗੀ ਹੈ। ਸੋ ਜੇ ਇਸ ਟਾਈਮ ਨੂੰ ਲੈ ਕੇ ਆਪਾਂ ਦੇਖੀਏ, ਜਿਹੜੇ ਬੱਚੇ ਆਪਣੀ ਆਨਲਾਈਨ ਸਟੱਡੀ ਘਰੇ ਬੈਠ ਕੇ ਕਰ ਰਹੇ ਹੈ, ਇਹ ਟਾਈਮ ਇਹਨਾਂ ਦਾ ਕਾਊਂਟ ਹੋਏਗਾ ਪੋਸਟ ਸਟੱਡੀ ਵਰਕ ਪਰਮਿਟ ਦੇ ਲਈ। ਤੁਹਾਨੂੰ ਕਿਸੇ ਨੂੰ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ ਕਿ ਨਹੀਂ ਸਾਡਾ ਇਹ ਟਾਈਮ ਕਾਊਂਟ ਨਹੀਂ ਹੋਏਗਾ ਤੇ ਅੱਗੇ ਜਾ ਕੇ ਸਾਨੂੰ ਐਕਸਟੈਂਸ਼ਨ ਲੈਣੀ ਪਏਗੀ। ਸੋ ਇਹੋ ਜਿਹਾ ਕੁਝ ਨਹੀਂ ਹੈ, ਤੁਹਾਡਾ ਇਹ ਟਾਈਮ ਬਿਲਕੁਲ ਕਾਊਂਟ ਹੋਏਗਾ ਤੁਹਾਡੇ ਪੋਸਟ ਸਟੱਡੀ ਵਰਕ ਵੀਜ਼ਾ ਜੀ। ਬਿਲਕੁਲ ਸਕਰੀਨ ਦੇ ਉੱਤੇ ਨੰਬਰ ਲਗਾਤਾਰ ਚੱਲ ਰਿਹਾ। ਮਨ ਦੇ ਵਿੱਚ ਜੇਕਰ ਕੋਈ ਵੀ ਸਵਾਲ ਹੈ, ਤੁਸੀਂ ਚਾਹੁੰਦੇ ਹੋ ਮੈਮ ਹੋਰਾਂ ਦੀ ਟੀਮ ਵੱਲੋਂ ਤੁਹਾਨੂੰ ਸਲਾਹ ਦਿੱਤੀ ਜਾਵੇ, ਸੋ ਤੁਸੀਂ ਕਾਲ ਕਰ ਸਕਦੇ ਹੋ। ਫੋਨ ਚੁੱਕੋ, ਕਾਲ ਕਰੋ, ਅਪਾਇੰਟਮੈਂਟ ਲਓ। ਚੰਡੀਗੜ੍ਹ 34 ਦੇ ਵਿੱਚ ਮੈਮ ਹੋਰਾਂ ਦਾ ਆਫਿਸ ਹੈਗਾ, ਸੋ ਤੁਸੀਂ ਵਿਜ਼ਿਟ ਕਰ ਸਕਦੇ ਹੋ। ਮੇਨ ਗੱਲ ਵੀ ਅਪਾਇੰਟਮੈਂਟ ਜਿਹੜੀ ਆ ਉਹ ਲੈ ਕੇ ਜਾਏ, ਕਿਉਂਕਿ ਕਰੋਨਾ ਕਾਲ ਹਲੇ ਖਤਮ ਨਹੀਂ ਹੋਇਆ, ਚਾਹੇ ਵੈਕਸੀਨ ਆ ਚੁੱਕੀ ਹੈ। ਸੋ ਆਪਣੀ ਜਿਹੜੀ ਸੇਫਟੀ ਹੈ, ਪ੍ਰੀਕਾਸ਼ਨ ਜਿਹੜੀਆਂ ਨੇ ਉਹ ਬਹੁਤ ਜ਼ਿਆਦੀਆਂ ਜ਼ਰੂਰੀ ਨੇ। ਕਿਊਬਿਕ ਦੀ ਹੁਣ ਥੋੜੀ ਜੀ ਗੱਲ ਕਰ ਲਈਏ। ਕਿਊਬਿਕ ਨੂੰ ਲੈ ਕੇ 10 ਜਿਹੜੇ ਕਾਲਜ ਨੇ CAQ ਲਿਸਟ ਦੇ ਵਿੱਚ ਆ ਚੁੱਕੇ ਨੇ। ਸੋ ਐਸੇ ਬਹੁਤ ਸਾਰੇ ਬੱਚੇ ਸੀਗੇ ਜਿਨ੍ਹਾਂ ਦੇ ਵੀਜ਼ੇ ਆ ਗਏ, ਐਸੇ ਵੀ ਬਹੁਤ ਸਾਰੇ ਬੱਚੇ ਸੀ ਜਿਨ੍ਹਾਂ ਨੇ ਅਪਲਾਈ ਕੀਤਾ। ਸੋ ਜਿਹੜੇ ਬੱਚਿਆਂ ਦਾ ਵੀਜ਼ਾ ਆਇਆ ਉਹਨਾਂ ਦਾ ਫਿਊਚਰ ਕਿਸ ਤਰੀਕੇ ਦੇ ਨਾਲ ਦੇਖਦੇ ਹੋ, ਤੇ ਇੱਥੇ ਹੀ ਜਿਹੜਾ ਬੱਚਾ ਐਪਲੀਕੈਂਟ ਹੈਗਾ ਉਹਦਾ ਫਿਊਚਰ ਕੀ ਹੋ ਸਕਦਾ, ਉਹ ਬੱਚਾ ਕੀ ਕਰੂਗਾ, ਰਸਤਾ ਕੀ ਹੈਗਾ, ਕਿਉਂਕਿ ਕਾਲਜ ਤਾਂ ਲਿਸਟ ਦੇ ਵਿੱਚ ਆ ਹੀ ਨਹੀਂ ਰਿਹਾ। ਰਾਈਟ। ਜੇ ਆਪਾਂ ਕਿਊਬਿਕ ਦੀ ਗੱਲ ਕਰੀਏ, 30 ਦਸੰਬਰ ਨੂੰ ਕਿਊਬਿਕ ਨੇ ਇੱਕ ਲਿਸਟ ਕੱਢੀ ਸੀ ਜੋ ਵੀ ਉਹਨਾਂ ਦੇ ਸਾਰੇ ਕਾਲਜਸ ਹੈ, ਉਹਨਾਂ ਚੋਂ 10 ਕਾਲਜਸ ਨਾ ਉਹਨਾਂ ਦੀ ਕੋਈ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਬਿਕੋਜ਼ ਉਹਨਾਂ ਦੀ ਕੋਈ ਰਿਕਰੂਟਮੈਂਟ ਪ੍ਰੋਗਰਾਮ ਨੂੰ ਲੈ ਕੇ ਥੋੜੇ ਜਿਹੇ ਕੁਐਸਚਨ ਮਾਰਕ ਰੇਜ਼ ਹੋਏ ਸੀ। ਸੋ ਜੇ ਉਹ 10 ਕਾਲਜਸ ਦੀ ਆਪਾਂ ਗੱਲ ਕਰੀਏ, ਉਹ ਜੇ ਉਸ ਕਾਲਜ ਤੋਂ ਤੁਹਾਨੂੰ CAQ ਆਲਰੇਡੀ ਇਸ਼ੂ ਹੋਏ ਹੈ, ਦੈਟ ਇਜ਼ ਵੈਨ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਵੀਜ਼ਾ ਪ੍ਰੋਸੈਸਿੰਗ ਨੂੰ ਲੈ ਕੇ। ਜੇ ਆਪਾਂ ਗੱਲ ਕਰੀਏ ਕਿ ਤੁਹਾਡਾ CAQ ਹਜੇ ਇਨ ਪ੍ਰੋਸੈਸ ਹੈ, ਦੈਟ ਮੀਨ ਤੁਸੀਂ ਅਪਲਾਈ ਕੀਤਾ ਹੋਇਆ CAQ ਲਈ, ਉਸ ਕੇਸ ਵਿੱਚ ਯੈਸ ਤੁਹਾਡੀ ਐਪਲੀਕੇਸ਼ਨ ਸਸਪੈਂਡ ਕੀਤੀ ਗਈ ਹੈ ਟਿਲ 31 ਮਾਰਚ, ਜਦ ਤੱਕ ਇਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਕਲੀਅਰ ਨਹੀਂ ਹੁੰਦੀ।
ਸੋ ਜੀ। ਹਾਂਜੀ ਸੋ ਮਤਲਬ ਉਹਨਾਂ ਬੱਚਿਆਂ ਨੂੰ ਆਪਸ਼ਨ ਹੈਗਾ ਵਾ ਕਿ ਦੁਬਾਰਾ ਉਹਨਾਂ ਨੂੰ ਰਸਤਾ ਜਿਹੜਾ ਉਹਨਾਂ ਵਾਸਤੇ ਖੁੱਲਿਆ ਵਾ ਵੀ ਉਹ ਬੱਚੇ ਟੈਨਸ਼ਨ ਦੇ ਵਿੱਚ ਬਿਲਕੁਲ ਵੀ ਨਾ ਹੋਣ। ਸੀ ਟੈਨਸ਼ਨ ਦੇ ਵਿੱਚ ਆਉਣ ਦੀ ਲੋੜ ਨਹੀਂ ਹੈ ਬਿਕੋਜ਼ ਕਾਲਜਸ ਐਂਡ ਕਿਊਬੈਕ ਗਵਰਨਮੈਂਟ ਦੇ ਵਿੱਚ ਕਾਫੀ ਇਹਨਾਂ ਦਾ ਵਾਰਤਾਲਾਪ ਚੱਲ ਰਿਹਾ ਹੈ ਐਂਡ ਹੋ ਸਕਦਾ ਹੈ ਕਿ ਕੁਝ ਕਾਮਨ ਗਰਾਊਂਡਸ ਤੇ ਕੰਸੈਂਸਸ ਤੇ ਆਣ ਐਂਡ ਦੇ ਗੈਟ ਅ ਕਲੀਨ ਚਿਟ ਆਫਟਰ ਦਿਸ ਇਨਵੈਸਟੀਗੇਸ਼ਨ। ਜੀ ਬਿਲਕੁਲ। ਤੇ ਕਈ ਬੱਚੇ ਐਸੇ ਨੇ ਜਿਹੜੇ ਕੈਨੇਡਾ ਫਲਾਈ ਕਰ ਚੁੱਕੇ ਨੇ, ਉੱਥੇ ਬੈਠੇ ਨੇ, ਲੇਕਿਨ ਕਾਲਜ ਆਹੀ ਜਿਹੜੀ ਪ੍ਰੋਬਲਮ ਹੈ ਉਹਨਾਂ ਨੂੰ ਫੇਸ ਕਰਨੀ ਪੈ ਰਹੀ ਹੈ। ਸੋ ਉਹ ਬੱਚਾ ਕੈਨੇਡਾ ਜਿਹੜਾ ਬੈਠਾ ਹੈ ਉਹ ਐਕਸਟੈਂਸ਼ਨ ਚਾਹੁੰਦਾ ਪਿਆ ਹੈ। ਸੋ ਉਹਨਾਂ ਦਾ ਫਿਊਚਰ ਕਿਸ ਤਰੀਕੇ ਦੇ ਨਾਲ ਹੈਗਾ, ਐਕਸਟੈਂਸ਼ਨ ਲੈਣੀ ਚਾਹੀਦੀ ਹੈ, ਮਿਲ ਜਾਊਗੀ ਜਾਂ ਫਿਰ ਚੁੱਪ ਕਰਕੇ ਬੈਠ ਜਾਵੇ? ਸੀ ਜੇ ਦਿਸ ਇਜ਼ ਅ ਵੈਰੀ ਇੰਪੋਰਟੈਂਟ ਕੁਐਸਚਨ ਐਂਡ ਇਸ ਚੀਜ਼ ਨੂੰ ਲੈ ਕੇ ਬੱਚੇ ਮੇਜਰਲੀ ਬਹੁਤ ਕੰਸਰਨ ਚ ਨੇ ਜੇ ਆਪਾਂ ਕਿਊਬੈਕ ਦੀ ਸਪੈਸੀਫਿਕਲੀ ਗੱਲ ਕਰੀਏ। ਸੋ ਜੇ ਬੱਚਿਆਂ ਦਾ ਇੱਕ ਸਮੈਸਟਰ ਰਹਿ ਗਿਆ ਜਾਂ 2 ਤੋਂ 3 ਮਹੀਨੇ ਰਹਿ ਗਏ ਹੈ ਉਸ ਕੇਸ ਵਿੱਚ ਬਹੁਤ ਬੱਚੇ ਜਿਹੜੀ ਆਪਣੀ ਐਕਸਟੈਂਸ਼ਨਸ ਚਾਹ ਰਹੇ ਹੈ ਐਂਡ ਆਬਵੀਅਸਲੀ ਐਕਸਟੈਂਸ਼ਨ ਲਈ ਤੁਹਾਨੂੰ ਸੀਏਕਿਊ ਫਿਰ ਤੋਂ ਅਪਲਾਈ ਕਰਨਾ ਪੈਣਾ ਹੈ ਐਂਡ ਜਿਵੇਂ ਸਾਨੂੰ ਪਤਾ ਹੈ ਕਿ ਇਸ ਟਾਈਮ ਤੇ ਸਸਪੈਂਡਡ ਹੈ ਸੋ ਦੈਟ ਇਜ਼ ਦ ਰੀਜ਼ਨ ਜਿਹੜੇ ਕਾਲਜਸ ਹੈ ਉਹ ਪ੍ਰਾਇੋਰਿਟੀ ਤੇ ਇਹੋ ਜਿਹੇ ਕੇਸਿਸ ਨੂੰ ਲੈ ਕੇ ਗਵਰਨਮੈਂਟ ਗੱਲ ਕਰ ਰਹੇ ਹਾਂ ਕਿ ਐਟਲੀਸਟ ਇਹ ਬੱਚਿਆਂ ਨੂੰ ਸਫਰ ਨਾ ਕਰਨਾ ਪਏ, ਇਹਨਾਂ ਦੇ ਸੀਏਕਿਊ ਇਸ਼ੂ ਕੀਤੇ ਜਾਣ ਸੋ ਦੈਟ ਇਹਨਾਂ ਦਾ ਅੱਗੇ ਦਾ ਫਿਊਚਰ ਇਜ਼ ਨਾਟ ਐਟ ਸਟੇਕ। ਜੀ ਬਿਲਕੁਲ। ਹਾਂਜੀ ਸੋ ਤਾਂ ਕਰਕੇ ਇਹਨਾਂ ਦੀ ਪ੍ਰਾਇੋਰਿਟੀ ਤੇ ਗੱਲ ਚੱਲ ਰਹੀ ਹੈ ਕਾਲਜਸ ਤੇ ਗਵਰਨਮੈਂਟ ਦੇ ਵਿੱਚ ਕਿ ਇਹਨਾਂ ਦਾ ਕੁਝ ਨਾ ਕੁਝ ਸੈਟਲਮੈਂਟ ਤਾਂ ਹੋ ਸਕਦੀ ਹੈ ਬਟ ਸਟਿਲ ਕੋਈ ਆਫੀਸ਼ੀਅਲ ਨਿਊਜ਼ ਨਹੀਂ ਹੈ। everything is suspended till 31st of March। ਜੀ ਗੁਣਤਾਜ ਜੀ, ਮੈਂ ਜਦੋਂ ਵਰੇਵਾ ਦਿੱਤਾ ਸੀਗਾ ਸਾਡਾ ਸ਼ੋਅ ਜਦੋਂ ਸ਼ੁਰੂ ਹੋਇਆ ਸੀ ਸੋ ਮੈਂ ਉੱਥੇ ਇੱਕ ਗੱਲ ਕਰ ਦਿੱਤੀ ਸੀ। ਸੋ ਬਹੁਤ ਸਾਰੇ ਇਮੀਗ੍ਰੇਸ਼ਨ ਵਾਲਿਆਂ ਨੇ ਅਸੀਂ ਮੰਚ ਦੇ ਉੱਤੇ ਹਰ ਵਾਰ ਕਿਸੇ ਐਕਸਪਰਟ ਨੂੰ ਸੱਦਾ ਦਿੰਦੇ ਹਾਂ। ਸੋ ਅੱਜ ਵੀ ਤੁਹਾਨੂੰ ਸੱਦਾ ਦਿੱਤਾ, ਤੁਸੀਂ ਸਟੱਡੀ ਵੀਜ਼ਾ ਦੇ ਐਕਸਪਰਟ ਹੈਗੇ ਹੋ। ਸੋ ਸਵਾਲ ਇੱਥੇ ਇਹ ਹੈ ਵੀ ਕੋਰਸ ਸਿਲੈਕਸ਼ਨ ਜਿਹੜਾ ਬਹੁਤ ਜ਼ਿਆਦਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ ਕਿਉਂਕਿ ਕਿਤੇ ਨਾ ਕਿਤੇ ਜੇਕਰ ਸਹੀ ਕੋਰਸ ਚੂਜ਼ ਨਹੀਂ ਕੀਤਾ ਜਾਂਦਾ ਸੋ ਬਹੁਤ ਵੱਡਾ ਰੀਜ਼ਨ ਬਣਦਾ ਹੈ ਰਿਫਿਊਜ਼ਲ ਦਾ ਜੇ ਆਪਾਂ ਗੱਲ ਕਰੀਏ। ਸੋ ਕਿਸ ਤਰੀਕੇ ਦੇ ਨਾਲ ਜਿਹੜਾ ਸਾਇੰਸ ਵਾਲਾ ਬੱਚਾ ਹੈ ਉਹਦੇ ਕੋਲ ਬਹੁਤ ਸਾਰੇ ਆਪਸ਼ਨਸ ਨੇ, ਖਾਸ ਕਰਕੇ ਜਿਹੜਾ ਬੱਚਾ ਮੈਡੀਕਲ ਦੀ ਸਟੱਡੀ ਕਰਕੇ ਬੈਠਾ ਪਰ ਬੱਚੇ ਐਸੇ ਵੀ ਨੇ ਜਿਨ੍ਹਾਂ ਨੇ ਆਰਟਸ ਦੇ ਵਿੱਚ ਸਟੱਡੀ ਕੀਤੀ, ਕਮਰਸ ਚ ਕੀਤੀ, ਐਗਰੀਕਲਚਰ ਦੇ ਵਿੱਚ ਵੀ ਸਟੱਡੀ ਕਰਕੇ ਬੈਠੇ ਨੇ। ਸੋ ਤੁਸੀਂ ਕਿਸ ਤਰੀਕੇ ਦੇ ਨਾਲ ਕੋਰਸ ਸਿਲੈਕਸ਼ਨ ਦੇ ਵਿੱਚ ਸਟੂਡੈਂਟ ਦੀ ਹੈਲਪ ਕਰਦੇ ਹੋ? ਹਾਂਜੀ ਜੇ ਸਭ ਤੋਂ ਪਹਿਲਾਂ ਆਪਾਂ ਗੱਲ ਕਰੀਏ ਕਿਸੇ ਵੀ ਸਟਰੀਮ ਨੂੰ ਲੈ ਕੇ ਜਨਰਲੀ ਜੇ ਆਪਾਂ ਗੱਲ ਕਰੀਏ ਜਦ ਅਸੀਂ ਬੱਚੇ ਲਈ ਕੋਰਸ ਸਿਲੈਕਟ ਕਰਦੇ ਆ ਨਾ ਸਾਨੂੰ 2 ਚੀਜ਼ਾਂ ਦਾ ਧਿਆਨ ਪ੍ਰਾਇਮਰੀਲੀ ਰੱਖਣਾ ਪੈਂਦਾ ਹੈ ਕਿ ਪਹਿਲਾ ਤਾਂ ਉਹ ਜਿਹੜੀ ਉਹਨਾਂ ਨੇ ਇੰਡੀਆ ਤੋਂ ਆਪਣੀ ਪੜ੍ਹਾਈ ਕੀਤੀ ਹੈ ਉਹਦੀ ਅਪਗ੍ਰੇਡੇਸ਼ਨ ਹੋਣੀ ਚਾਹੀਦੀ ਹੈ ਐਂਡ ਦੂਜੀ ਹੈ ਕਿ ਰੈਲੇਵੈਂਸੀ ਹੋਣੀ ਚਾਹੀਦੀ ਹੈ। ਜੇ ਇਹ 2 ਚੀਜ਼ਾਂ ਨੂੰ ਲੈ ਕੇ ਆਪਾਂ ਕੋਰਸ ਬੱਚੇ ਨੂੰ ਦੇ ਸਕਦੇ ਆ ਨਾ ਤੇ ਕੋਈ ਹੈ ਹੀ ਨਹੀਂ ਕਿ ਬੱਚੇ ਦਾ ਰਿਫਿਊਜ਼ਲ ਆਏ। ਸੋ ਇਸ 2 ਚੀਜ਼ਾਂ ਤੇ ਸਾਨੂੰ ਪ੍ਰਾਇੋਰਟਾਈਜ਼ ਕਰਨਾ ਪੈਂਦਾ ਹੈ ਐਂਡ ਜਿਵੇਂ ਤੁਸੀਂ ਗੱਲ ਕੀਤੀ ਡਿਫਰੈਂਟ ਸਟਰੀਮਸ ਦੀ ਗੱਲ ਕੀਤੀ, ਆਰਟਸ ਹੋ ਗਿਆ, ਨਾਨ ਮੈਡੀਕਲ, ਕਾਮਰਸ, ਸੋ ਇਹ ਸਭ ਲਈ ਨਾ ਸਾਨੂੰ ਬੈਕਗ੍ਰਾਉਂਡ ਚੈੱਕ ਕਰਨਾ ਪੈਂਦਾ ਬੱਚੇ ਦਾ। ਆਫ ਕੋਰਸ ਦੂਜੀ ਗੱਲ ਹੈ ਕਿ ਸਾਨੂੰ ਬੱਚੇ ਦੀ ਵੀ ਪੁੱਛਣਾ ਪੈਂਦਾ ਹੈ ਕਿ ਬੱਚਾ ਕਿੱਥੇ ਜਾਣਾ ਚਾਹੁੰਦਾ ਹੈ। ਆਫ ਕੋਰਸ ਪਹਿਲੀ ਪ੍ਰਾਇੋਰਟੀ ਅਸੀਂ ਬੱਚੇ ਨੂੰ ਦਿੰਦੇ ਹਾਂ ਬਟ ਦੈਨ ਵੀ ਗਾਈਡ ਦਾ ਸਟੂਡੈਂਟ ਕਿ ਬੈਸਟ ਆਪਸ਼ਨਸ ਬੱਚੇ ਲਈ ਕੀ ਕੁਝ ਹੈ। ਜੀ ਬਿਲਕੁਲ, ਕਿਉਂਕਿ ਸਟੱਡੀ ਡੈਸਟੀਨੇਸ਼ਨ ਇੱਕ ਬਹੁਤ ਵੱਡਾ ਸਵਾਲ ਹੈ। ਪੰਜਾਬ 'ਚ ਹਰ ਘਰ ਦੇ ਵਿੱਚੋਂ ਆਪਾਂ ਜੇਕਰ ਗੱਲ ਕਰੀਏ ਸੋ ਕੋਈ ਨਾ ਕੋਈ ਰਿਸ਼ਤੇਦਾਰ ਜਿਹੜਾ ਬਾਹਰ ਗਿਆ ਹੋਇਆ ਸੋ ਬੱਚਾ ਚਾਹੁੰਦਾ ਵੀ ਉਹ ਆਪਣੇ ਰਿਸ਼ਤੇਦਾਰ ਕੋਲ ਚਲ ਜਾਵੇ। ਸੋ ਤੁਸੀਂ ਮਤਲਬ ਇਹ ਵੀ ਚੋਇਸ ਬੱਚੇ ਨੂੰ ਦਿੰਦੇ ਹੋ ਜੇ ਉਹਨਾਂ ਦੀ ਪ੍ਰੋਫਾਈਲ ਹੈਗੀ ਆ ਉਹਨਾਂ ਦੇ ਰਿਲੇਟਿਵ ਦੇ ਲਾਗੇ ਬੰਨੇ ਜਾਣ ਦੀ ਸੋ ਉਧਰ, ਤੇ ਜੇਕਰ ਉਧਰ ਨਹੀਂ ਤਾਂ ਤੁਸੀਂ ਆਪਣੇ ਅਕੋਰਡਿੰਗ ਵੀ ਸਲਾਹ ਦੇ ਦਿੰਦੇ ਹੋ? ਬਿਲਕੁਲ, ਬਿਕੋਜ਼ ਸੀ ਬੱਚਾ ਬਿਲਕੁਲ ਹੀ ਇੱਕ ਨਵੇਂ ਥਾਂ ਤੇ ਜਾ ਰਿਹਾ ਹੈ, ਉਹਨੂੰ ਐਡਜਸਟਮੈਂਟ 'ਚ ਵੀ ਦਿੱਕਤ ਆ ਸਕਦੀ ਹੈ। ਸੋ ਬਹੁਤ ਇਹੋ ਜਿਹੀ ਚੀਜ਼ਾਂ ਨੇ ਸੋ ਅਸੀਂ ਬੱਚੇ ਨੂੰ ਵੀ ਕੰਫਰਟ ਜ਼ੋਨ 'ਚ ਰੱਖਣਾ ਹੈ ਥੋੜਾ ਜਿਹਾ ਬਟ ਯਾਰ ਉਹਦੇ ਫਿਊਚਰ ਦਾ ਵੀ ਦੇਖਣਾ ਹੈ। ਸੋ ਜੇ ਆਪਾਂ ਇਹ ਦੋਨੋਂ ਚੀਜ਼ਾਂ ਕੰਬਾਈਨ ਕਰਕੇ ਬੱਚੇ ਨੂੰ ਦੇ ਸਕਦੇ ਹਾਂ ਵਾਟ ਬੈਟਰ। ਜੀ ਬਿਲਕੁਲ। ਥੋੜੀ ਜਿਹੀ ਹੁਣ ਬੈਂਡ ਰਿਕੁਆਇਰਮੈਂਟ ਦੀ ਗੱਲ ਕਰ ਲਈਏ, ਬਹੁਤ ਸਾਰੇ ਮਾਰਕੀਟ ਦੇ ਵਿੱਚ ਐਸੇ ਐਕਸਪਰਟਸ ਹੈਗੇ ਨੇ, ਏਜੰਟਸ ਹੈਗੇ ਨੇ ਜਿਹੜੇ ਕਹਿੰਦੇ ਨੇ ਵੀ 5.5 ਓਵਰਆਲ ਵੀ ਬੱਚੇ ਦੇ ਹੈਗੇ ਸੋ ਉਹ ਬੱਚਾ ਵੀ ਕੈਨੇਡਾ ਫਲਾਈ ਕਰ ਸਕਦਾ, ਵੀਜ਼ਾ ਲੈ ਸਕਦਾ। ਤੁਹਾਡੀ ਕੀ ਸਲਾਹ ਹੈਗੀ? ਤੁਹਾਨੂੰ ਕੀ ਲੱਗਦਾ ਵੀ 5.5 ਬੈਂਡ ਵਾਲਾ ਬੱਚਾ ਜਾਊਗਾ? ਸੀ ਇਹ ਨਾ ਬਹੁਤ ਹੀ ਵੱਡਾ ਸਵਾਲ ਹੈ। ਸਾਡੇ ਕੋਲ ਮੇਜਰ ਕਾਲਸ ਜੇ ਆਪਾਂ ਪੁੱਛੇ ਤੇ ਬੱਚਾ ਨਾ ਐਸੇ ਚੀਜ਼ ਨੂੰ ਲੈ ਕੇ ਪੁੱਛਦਾ ਕਿ ਮੈਮ ਮੇਰਾ 1 ਚ 5.5 ਰਹਿ ਗਿਆ ਜਾਂ 2 ਚ ਰਹਿ ਗਿਆ, ਤੁਸੀਂ ਕਿਸੇ ਤਰ੍ਹਾਂ ਵੀ ਮੈਨੂੰ ਪਹੁੰਚਾ ਦਿਓ ਕੈਨੇਡਾ। ਸੋ ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ ਜੇ ਬੱਚੇ ਨੇ 12th ਕੀਤੀ ਹੋਈ ਹੈ 12th ਤੋਂ ਬਾਅਦ 1 ਜਾਂ 2 ਮੋਡਿਊਲ ਵਿੱਚ 5.5 ਹੈਗੇ ਹੈ, ਯੈਸ ਵੀ ਕੈਨ ਗਿਵ ਯੂ ਐਨ ਆਫਰ ਲੈਟਰ ਐਂਡ ਅਕੋਰਡਿੰਗਲੀ ਅਸੀਂ ਤੁਹਾਡਾ ਵੀਜ਼ਾ ਪ੍ਰੋਸੈਸ ਕਰ ਸਕਦੇ ਹਾਂ। ਪਰ ਜੇ ਆਪਾਂ ਗੱਲ ਕਰੀਏ ਗ੍ਰੈਜੂਏਸ਼ਨ ਤੋਂ ਬਾਅਦ ਜਾਂ ਮਾਸਟਰਸ ਤੋਂ ਬਾਅਦ ਦੀ, ਉਸ ਕੇਸ ਵਿੱਚ ਆਈ ਵੁੱਡ ਨਾਟ ਸੁਜੈਸਟ ਯੂ ਕਿ ਤੁਸੀਂ ਆਪਣਾ ਵੀਜ਼ਾ ਅਪਲਾਈ ਕਰੋ ਕਿਉਂਕਿ ਇਹ ਗੱਲ ਅੰਡਰਸਟੈਂਡ ਕਰਨਾ ਬਹੁਤ ਜ਼ਰੂਰੀ ਹੈ ਕਿ ਆਫਰ ਲੈਟਰ ਆਣਾ ਡਜ਼ ਨਾਟ ਗਾਰੰਟੀ ਯੂ ਅ ਵੀਜ਼ਾ। ਸੋ ਆਫਰ ਲੈਟਰ ਤੁਹਾਨੂੰ ਸ਼ਾਇਦ ਬਹੁਤ ਆਰਾਮ ਨਾਲ ਆ ਜਾਊਗੀ ਕਿਸੇ ਵੀ ਕਾਲਜ ਯੂਨੀਵਰਸਿਟੀ ਤੋਂ ਬਟ ਜੇ ਆਪਾਂ ਵੀਜ਼ਾ ਅਪਰੂਵਲ ਦੀ ਗੱਲ ਕਰੀਏ ਕੈਨੇਡੀਅਨ ਗਵਰਨਮੈਂਟ ਦੀ ਸਾਫ਼ ਗਾਈਡਲਾਈਨਸ ਹੈਗੀਆਂ ਨੇ ਕਿ ਜੇ ਤੁਸੀਂ 12th ਕੀਤੀ ਹੋਈ ਹੈ 6 no less than 6
ਜੇ ਤੁਸੀਂ ਗ੍ਰੈਜੂਏਸ਼ਨ ਜਾਂ ਮਾਸਟਰਸ ਕੀਤੀ ਹੋਈ ਹੈ 6.5 no less than 6। ਸੋ ਅਸੀਂ ਇਸ ਚੀਜ਼ ਨੂੰ ਅਬਾਈਡ ਕਰਕੇ ਹੀ ਆਪਣੀ ਵੀਜ਼ਾ ਐਪਲੀਕੇਸ਼ਨ ਲਾਉਣੀ ਹੈ ਜੀ। ਆ ਪੀਟੀ ਨੂੰ ਲੈ ਕੇ ਵੀ ਬਦਲਾਵ ਆਇਆ ਹੋਇਆ ਹੈ, ਹੈਡਲਾਈਨਸ ਬਣੀਆਂ ਹੋਈਆਂ ਜੀ ਪੀਟੀ ਵਾਲਾ ਬੱਚਾ ਜਾ ਸਕਦਾ ਹੈ। ਸੋ ਕਿਉਂਕਿ ਪਿੱਛੇ ਜੇ ਆਪਾਂ ਜੇਕਰ ਗੱਲ ਕਰੀਏ ਸੋ ਪੀਟੀ ਵਾਲਾ ਜਿਹੜਾ ਬੱਚਾ ਸੀ ਉਹ ਆਸਟ੍ਰੇਲੀਆ ਵੱਲ ਨੂੰ ਜਾ ਸਕਦਾ ਸੀ। ਹੁਣ ਕੈਨੇਡਾ ਦੀਆਂ ਗੱਲਾਂ ਵੀ ਆ ਰਹੀਆਂ ਨੇ, ਪੀਟੀ ਦੇ ਸਕੋਰ 'ਚ ਵੀ ਤਬਦੀਲੀ ਦੀਆਂ ਗੱਲਾਂ ਆ ਰਹੀਆਂ ਨੇ ਕਿ ਬੈਂਡ ਸਕੋਰ ਇੰਨੇ ਸਕੋਰ ਆਉਂਦੇ ਨੇ ਤਾਂ ਤੁਸੀਂ ਇੰਨੇ ਬੈਂਡ ਦੇ ਇਕੁਅਲ ਆਉਨੇ ਹੋ। ਸੋ ਹੈਗੀ ਹੈ ਸੱਚਾਈ ਗੱਲ ਦੇ ਵਿੱਚ, ਜਾਂ ਫਿਰ ਸਿਰਫ ਲੋਕਾਂ ਦਾ ਰੁਝਾਨ ਜਿਹੜਾ ਵਾ ਸਿਰਫ ਇਮੀਗ੍ਰੇਸ਼ਨ ਵਾਲੇ ਪਾਸੇ ਲਿਆਉਂਦਾ ਹੀ ਹੈਗਾ? ਨਹੀਂ, ਜੇ ਆਪਾਂ ਪੀਟੀ ਦੀ ਗੱਲ ਕਰੀਏ, ਪੀਟੀ ਦੀ ਐਕਸੈਪਟੇਬਿਲਿਟੀ ਪਿਛਲੇ ਕੁਝ ਸਾਲਾਂ ਤੋਂ ਬਹੁਤ ਵੱਧ ਗਈ ਹੈ। ਬਟ ਇਹ ਹੈ ਕਿ ਕੈਨੇਡਾ, ਮੇਰਾ ਸਵਾਲ ਇੱਥੇ ਇਹ ਵੀ ਕੈਨੇਡਾ ਪੀਟੀ ਨੂੰ ਅਸੈਪਟ ਕਰ ਰਿਹਾ ਵਾ, ਕਾਲਜਸ ਕਰ ਰਹੇ ਨੇ, ਜਾਂ ਫਿਰ ਸਿਰਫ ਕੋਈ 5-7 ਕਾਲਜ ਹੀ ਆ ਜਿਹੜੇ ਕਰਦੇ ਪਏ ਨੇ? ਮੇਨ ਸਵਾਲ ਸੀ ਪਹਿਲਾਂ ਤੋਂ ਜ਼ਰੂਰ ਵਧੇ ਹੈ। ਜੇ ਪਹਿਲਾਂ ਸਿਰਫ 10 ਕਾਲਜ ਸੀ ਜਿਹੜੇ ਪੀਟੀ ਦਾ ਸਕੋਰ ਲੈਂਦੇ ਸੀ, ਹੁਣ 10 ਤੋਂ ਵੱਧ ਕੇ 20 ਹੋ ਗਏ ਨੇ। ਬਟ ਸਾਨੂੰ ਹਮੇਸ਼ਾ ਅਪਲਾਈ ਕਰਨ ਤੋਂ ਪਹਿਲਾਂ ਚੈੱਕ ਕਰਨਾ ਹੈ ਕਿ ਉਹ ਕਾਲਜ ਪੀਟੀ ਐਕਸੈਪਟ ਕਰਦਾ ਹੈ ਕਿ ਨਹੀਂ ਕਰਦਾ ਹੈ, ਐਂਡ ਅਕੋਰਡਿੰਗਲੀ ਹੀ ਸਾਨੂੰ ਪ੍ਰੋਸੀਡ ਕਰਨਾ ਚਾਹੀਦਾ ਜੀ। ਮਤਲਬ ਪੀਟੀ ਵਾਲਾ ਜਿਹੜਾ ਬੱਚਾ ਉਹ ਵੀ ਜਾ ਸਕਦਾ ਹੈ। ਸਕੋਰ ਦੀ ਤਬਦੀਲੀ ਦੀ ਜਿਹੜੀ ਗੱਲ ਹੈ ਵੀ ਬਦਲਾਵ ਜਿਹੜੇ ਆਏ ਨੇ, ਬੈਂਡ ਸਕੋਰ ਦੇ ਇਕੁਅਲ ਹੋਏ ਨੇ, ਸੋ ਉਹ ਵੀ ਗੱਲ ਹੈਗੀ ਹੈ, ਮਾਨਤਾ ਉਸ ਚੀਜ਼ ਨੂੰ ਮਿਲ ਚੁੱਕੀ ਹੈ ਕੈਨੇਡੀਅਨ ਗਵਰਨਮੈਂਟ ਵੱਲੋਂ, ਹਾਈ ਕਮਿਸ਼ਨ ਵੱਲੋਂ। ਬਿਲਕੁਲ ਪੀਟੀ ਦੀ ਸਕੋਰ ਵਿੱਚ ਕਾਫੀ ਚੇਂजेस ਆਏ ਨੇ। ਸੋ ਪਹਿਲੇ ਜਿਹੜੀ ਇਕੁਇਵਲੈਂਸੀ ਸੀਗੀ ਤੇ ਹੁਣ ਜਿਹੜੀ ਇਕੁਇਵਲੈਂਸੀ ਹੈ ਉਹ ਕਾਫੀ ਉਹਨਾਂ 'ਚ ਚੇਂਜ ਆਏ ਹੈ, ਐਂਡ ਅਕੋਰਡਿੰਗਲੀ ਬੱਚਾ ਆਪਣੇ ਪੀਟੀ ਸਕੋਰ ਨੂੰ ਲੈ ਕੇ ਇਕੁਇਵਲੈਂਟ ਆਇਲ ਸਕੋਰ ਆਪਣਾ ਕੱਢ ਸਕਦਾ ਹੈ, ਐਂਡ ਅਕੋਰਡਿੰਗਲੀ ਪ੍ਰੋਸੀਡ ਕਰ ਸਕਦਾ ਹੈ। ਗੁਣਤਾਜ ਜੀ, ਹੁਣ ਇੱਕ ਥੋੜੀ ਜਿਹੀ ਆਪਾਂ ਰਿਫਿਊਜ਼ਲ ਦੀ ਵੀ ਗੱਲ ਕਰ ਲਈਏ। ਬਹੁਤ ਸਾਰੇ ਐਸੇ ਬੱਚੇ ਨੇ ਜਿਹੜੇ, ਕਿਉਂਕਿ ਕੈਨੇਡਾ ਨੇ ਬਹੁਤ ਸਾਰੇ ਵੀਜ਼ੇ ਦਿੱਤੇ, ਆਸਟ੍ਰੇਲੀਆ ਨੇ ਵੀ ਬਹੁਤ ਸਾਰੇ ਵੀਜ਼ੇ ਦਿੱਤੇ, ਲੇਕਿਨ ਉੱਥੇ ਹੀ ਆਪਾਂ ਦੇਖਿਆ ਵੀ ਕੈਨੇਡਾ 'ਚ ਐਸਡੀਐਸ ਕੈਟਾਗਰੀ ਵਾਲੇ 7 ਬੈਂਡ ਵਾਲੇ ਜਿਹੜੇ ਬੱਚੇ ਸੀ, ਬਹੁਤ ਅੱਛਾ ਬੈਂਡ ਸਕੋਰ, ਬਹੁਤ ਇੰਟੈਲੀਜੈਂਟ ਬੱਚਾ, ਉਸ ਬੱਚੇ ਨੂੰ ਵੀ ਅੱਜ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ। ਸੋ ਕੀ ਕਾਰਨ ਮੰਨਦੇ ਹੋ? ਕਿਉਂ ਇੰਨਾ ਬੱਚਾ ਇੰਨਾ ਇੰਟੈਲੀਜੈਂਟ ਹੋਣ ਦੇ ਬਾਵਜੂਦ, ਪ੍ਰੋਫਾਈਲ ਇੰਨੀ ਵਧੀਆ ਹੋਣ ਦੇ ਬਾਵਜੂਦ ਬੱਚਾ ਕਿਉਂ ਰਿਜੈਕਟ ਹੋ ਰਿਹਾ? ਹਾਂਜੀ, ਜੇ ਆਪਾਂ ਇਸ ਚੀਜ਼ ਦੀ ਗੱਲ ਕਰੀਏ, ਜਿਵੇਂ ਮੈਂ ਪਹਿਲਾਂ ਸਪੈਸ਼ਲੀ ਮੈਂਸ਼ਨ ਕੀਤਾ ਸੀ ਕਿ ਜਦ ਆਪਾਂ ਇੱਕ ਕੋਰਸ ਸਿਲੈਕਟ ਕਰਦੇ ਹਾਂ ਬੱਚੇ ਲਈ, ਉਹਦੇ ਵਿੱਚ ਰੈਲੇਵੈਂਸੀ ਐਂਡ ਅਪਗ੍ਰੇਡੇਸ਼ਨ, ਇਹ ਦੋ ਬਹੁਤ ਇੰਪੋਰਟੈਂਟ ਚੀਜ਼ਾਂ ਨੇ। ਸੋ ਜੇ ਇਸ 'ਚ ਕੋਈ ਇੱਕ ਚੀਜ਼ ਵੀ ਰਹਿ ਜਾਂਦੀ ਹੈ, ਉੱਥੇ ਸਾਡੀ ਚੰਗੀ ਭਲੀ ਬਣੀ ਹੋਈ ਪ੍ਰੋਫਾਈਲ ਖਰਾਬ ਹੋ ਜਾਂਦੀ ਹੈ, ਐਂਡ ਉਸ ਬੱਚੇ ਨੂੰ ਅੱਗੇ ਰਿਫਿਊਜ਼ਲ ਦਾ ਸਾਹਮਣਾ ਕਰਨਾ ਪੈਂਦਾ ਹੈ। ਜੀ, ਮਤਲਬ ਆਪਾਂ ਕਹੀਏ ਵੀ ਬੱਚੇ ਨੂੰ ਕਿਤੇ ਨਾ ਕਿਤੇ ਬੱਚੇ ਨੂੰ ਓਵਰ ਕੌਨਫੀਡੈਂਟ ਕਰ ਦਿੱਤਾ ਜਾਂਦਾ ਹੈ ਵੀ ਤੇਰੇ ਤਾਂ ਬੈਂਡ ਇੰਨੇ ਆਏ ਹੋਏ ਨੇ, ਤੇਰੇ ਨੰਬਰ ਇੰਨੇ, ਤੇ ਤੂੰ ਜਿਹੜੇ 'ਚ ਮਰਜ਼ੀ ਚਲ ਜਾ, ਜਿਹੜੇ 'ਚ ਮਰਜ਼ੀ ਚਲੇ ਜਾ। ਬਟ ਇਹ ਗੱਲ ਬਿਲਕੁਲ ਗਲਤ ਹੈ। ਤੁਹਾਨੂੰ ਇੱਕ 8 ਬੈਂਡ ਵਾਲਾ ਬੱਚਾ ਹੋ ਗਿਆ ਜਾਂ 6 ਬੈਂਡ ਵਾਲਾ ਬੱਚਾ ਹੋ ਗਿਆ, ਤੁਹਾਨੂੰ ਕੋਰਸ ਸਿਲੈਕਸ਼ਨ ਬਹੁਤ ਹੀ ਧਿਆਨ ਨਾਲ ਬੱਚੇ ਦੀ ਕਰਨੀ ਚਾਹੀਦੀ ਹੈ, ਬਿਕੋਜ਼ ਬੱਚੇ ਦਾ ਪੂਰਾ ਫਿਊਚਰ ਉਸ ਇੱਕ ਪ੍ਰੋਫਾਈਲ ਸਿਲੈਕਸ਼ਨ ਤੇ ਪਿਆ ਹੈ। ਐਂਡ ਜੇ ਇੱਕ ਵਾਰ ਰਿਜੈਕਸ਼ਨ ਆ ਗਈ, ਚੰਗੇ ਤੋਂ ਚੰਗਾ ਕੇਸ ਵੀ ਅਗਲੀ ਵਾਰ ਲਈ ਥੋੜਾ ਜਿਹਾ ਦਿੱਕਤ ਦਿੰਦਾ ਹੈ, ਫਿਰ ਸਾਡੀ ਗੱਲ ਆ ਜਾਂਦੀ ਹੈ ਸਟੇਟਮੈਂਟ ਆਫ ਪਰਪਸ ਤੇ, ਜੇ ਆਪਾਂ ਫਿਰ ਤੋਂ ਫਾਈਲ ਲਾਉਂਦੇ ਆ। ਸੋ ਸਟੇਟਮੈਂਟ ਆਫ ਪਰਪਸ 'ਚ ਸਾਨੂੰ ਬਹੁਤ ਧਿਆਨ ਨਾਲ ਬਣਾਉਣੀ ਪੈਂਦੀ ਹੈ, ਉਹਦੇ ਵਿੱਚ ਪੂਰੇ ਰੀਜ਼ਨ ਮੈਂਸ਼ਨ ਕਰਨੇ ਪੈਂਦੇ ਹੈ ਕਿ ਜੇ ਬੱਚੇ ਨੇ ਪਿਛਲਾ ਕੋਰਸ ਇਹ ਸਿਲੈਕਟ ਕੀਤਾ ਜਾਂ ਹੁਣ ਕੋਰਸ ਚੇਂਜ ਕੀਤਾ, ਸੋ ਇਹਦੀ ਜੌਬ ਓਪਰਚੁਨਿਟੀ ਸਾਡੀ ਹੋਮ ਕੰਟਰੀ ਵਿੱਚ ਕੀ ਹੈ। ਸੋ ਇਹ ਸਾਰਾ ਕੁਝ ਬਣਾ ਕੇ ਫਿਰ ਰੀਜ਼ਨ ਬਹੁਤ ਘੱਟ ਰਹਿ ਜਾਂਦੇ ਹੈ ਰਿਫਿਊਜ਼ਲ। ਗੁੰਦਾਸ ਜੀ, ਕਈ ਬੱਚੇ ਐਸੇ ਨੇ ਜਿਨ੍ਹਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀ ਐਸਓਪੀ 'ਚ ਮੈਂਸ਼ਨ ਕੀ ਕੀਤਾ ਹੋਇਆ ਹੈ। ਬਿਲਕੁਲ। ਸੋ ਤੁਸੀਂ ਉਸ ਦੇ ਵਿੱਚ ਕਿੱਦਾਂ ਹੈਲਪ ਕਰਦੇ ਹੋ? ਤੁਹਾਡੇ ਕੋਲ ਪ੍ਰੋਪਰ ਕੋਈ ਟੀਮ ਹੈਗੀ ਹੈ ਜਿਹੜੀ ਟੀਮ ਬੱਚੇ ਦੀ ਐਸਓਪੀ ਤਿਆਰ ਕਰਦੀ ਹੈ, ਜਾਂ ਤੁਸੀਂ ਬੱਚੇ ਦੇ ਉੱਤੇ ਸੁੱਟ ਦਿੰਦੇ ਹੋ ਵੀ ਤੁਸੀਂ ਆਪਣੀ ਐਸਓਪੀ ਤਿਆਰ ਕਰਕੇ ਦਿਓ? ਨਹੀਂ, ਜੇ ਆਪਾਂ ਗੱਲ ਕਰੀਏ ਪ੍ਰੋਫਾਈਲ 'ਚ ਸਟੇਟਮੈਂਟ ਆਫ ਪਰਪਸ ਇੱਕ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਸੋ ਸਟੇਟਮੈਂਟ ਆਫ ਪਰਪਸ ਲਈ ਮੈਂ ਇੱਕ ਸਪੈਸ਼ਲੀ ਆਪਣੀ ਟੀਮ ਬਿਠਾਈ ਹੋਈ ਹੈ ਜੋ ਪੂਰਾ ਪ੍ਰੋਪਰ ਸਟੇਟਮੈਂਟ ਆਫ ਪਰਪਸ ਰੈਡੀ ਕਰਦਾ ਹੈ। ਉਹਨਾਂ ਨੂੰ ਸਾਰੀ ਗਾਈਡਲਾਈਨਸ ਮੈਂ ਆਪ ਦਿੰਨੀ ਆ ਕਿ ਇਸ ਪ੍ਰੋਫਾਈਲ, ਜਿਹੜੀ ਵੀ ਪ੍ਰੋਫਾਈਲ ਹੈ XYZ ਬੱਚੇ ਦੀ, ਜੋ ਵੀ ਪ੍ਰੋਫਾਈਲ ਹੈ, ਉਹ ਸਾਰੀ ਮੇਰੇ ਹੱਥੋਂ ਨਿਕਲ ਕੇ ਜਾਂਦੀ ਹੈ, ਇਵੈਂਚੁਅਲੀ ਪ੍ਰੋਸੈਸ ਉਹ ਕਰਦੇ ਹੈ, ਬਟ ਅਗੇਨ ਆਈ ਹੈਵ ਟੂ ਕ੍ਰਾਸ ਚੈੱਕ ਸੋ ਦੈਟ ਬੱਚੇ ਦੀ ਕੋਈ ਵੀ ਇਨਫੋਰਮੇਸ਼ਨ ਇੱਥੋਂ ਤੋਂ ਉੱਥੇ ਨਾ ਹੋਈ ਹੋਏ। ਬਿਲਕੁਲ। ਥੋੜੀ ਜੀ ਗੱਲ ਕਰ ਲਈ, +2 ਵਾਲੇ ਬੱਚਿਆਂ ਲਈ ਵੀ ਆਪਸ਼ਨ ਆ ਗਿਆ, ਗ੍ਰੈਜੂਏਸ਼ਨ ਵਾਲੇ ਬੱਚਿਆਂ ਲਈ ਵੀ ਆਪਸ਼ਨ ਆ ਗਿਆ, ਸਾਰੇ ਸਟਰੀਮਸ ਜਿਹੜੇ ਹੈਗੇ ਨੇ, ਭਾਵੇਂ ਉਹ ਜੋ ਵੀ ਹੋਵੇ, ਤੁਸੀਂ ਚਲੋ ਉਹਨਾਂ ਦੀ ਹੈਲਪ ਕਰ ਦਿੱਤੀ। ਸੋ ਮਾਸਟਰਸ ਜਿਹੜੇ ਬੱਚੇ ਨੇ ਕੀਤੀ ਹੈ, ਕਿਉਂਕਿ ਕੈਨੇਡਾ ਜਾਣਾ, ਇੱਥੇ ਇੰਡੀਆ ਦੇ ਵਿੱਚ ਜੌਬਸ ਨੂੰ ਲੈ ਕੇ ਬਹੁਤ ਸਾਰਾ ਹਊਆ ਮਚਿਆ ਹੋਇਆ, ਨਹੀਂ ਹੈਗੀਆਂ ਗਵਰਨਮੈਂਟ ਜੌਬਸ। ਸੋ ਬੱਚਾ ਫਿਰ ਵੀ ਮੁੜ ਕੁੜ ਕੇ ਕਹਿੰਦਾ ਵੀ ਚਲੋ ਭਾਵੇਂ ਪੜ੍ਹ ਲਿਆ, ਹੁਣ ਆਪਾਂ ਕਿਸੇ ਤਰੀਕੇ ਨਾਲ ਇੱਕ ਵਾਰੀ ਕੈਨੇਡਾ ਚਲ ਜਾਈਏ, ਉੱਥੇ ਜਾ ਕੇ ਆਪਣੀ ਲਾਈਫ ਸੈੱਟ ਕਰ ਲਈਏ। ਜਦੋਂ ਕਿਸੇ ਇਮੀਗ੍ਰੇਸ਼ਨ ਦੀਆਂ ਪੌੜੀਆਂ ਚੜ੍ਹਦਾ, ਉਹਨੂੰ ਇਮੀਗ੍ਰੇਸ਼ਨ ਵਾਲਾ ਇਹ ਗੱਲ ਕਹਿ ਦਿੰਦਾ ਵੀ ਤੁਸੀਂ ਤਾਂ ਇੱਥੇ ਮਾਸਟਰ ਕਰਕੇ ਬੈਠੇ ਹੋ, ਤੁਹਾਡੇ ਵਾਸਤੇ ਕੋਈ ਰਸਤਾ ਨਹੀਂ ਹੈਗਾ, ਸੋ ਤੁਸੀਂ ਨਹੀਂ ਜਾ ਸਕਦੇ ਹੈਗੇ। ਜਾਂ ਫਿਰ ਉਹਨਾਂ ਕੋਲੋਂ ਲੱਖਾਂ ਰੁਪਈਏ ਲਏ ਜਾਂਦੇ ਨੇ, ਉਹਨਾਂ ਨੂੰ ਦਿਮਾਗ ਉਹਨਾਂ ਦਾ ਕੱਢਿਆ ਜਾਂਦਾ, ਉਹਨਾਂ ਨੂੰ ਸੁਪਨੇ ਦਿਖਾ ਦਿੱਤੇ ਜਾਂਦੇ ਨੇ, ਪਰ ਉਹਨਾਂ ਦੇ ਜਿਹੜੇ ਸੁਪਨੇ ਆ ਉਹ ਸਾਕਾਰ ਨਹੀਂ ਹੋ ਪਾਉਂਦੇ। ਸੋ ਜਿਹੜਾ ਇੱਥੇ ਮੇਰਾ ਸਵਾਲ ਹੈ ਵੀ ਮਾਸਟਰਸ ਜਿਹੜਾ ਬੱਚਾ ਕਰਕੇ ਬੈਠਾ ਹੈ, ਕੀ ਉਹ ਬੱਚਾ, ਓਨੈਸਟਲੀ ਮੈਂ ਚਾਹੁੰਦੀ ਹਾਂ, ਇਮਾਨਦਾਰੀ ਨਾਲ ਚਾਹੁੰਦੀ ਹਾਂ ਵੀ ਉਹ ਬੱਚੇ ਦੇ ਨਾਲ ਤੁਸੀਂ ਜਵਾਬ ਸਾਂਝਾ ਕਰੋ, ਉਹ ਬੱਚਾ ਜਾ ਸਕਦਾ ਕੈਨੇਡਾ ਜਾਂ ਫਿਰ ਨਹੀਂ ਜਾ ਸਕਦਾ? ਜੇ ਉਸ ਕੈਟੇਗਰੀ ਦੇ ਬੱਚਿਆਂ ਦੀ ਗੱਲ ਕੀਤੀ ਜਿਨ੍ਹਾਂ ਨੇ ਇੱਥੋਂ ਮਾਸਟਰਸ ਕੀਤੀ ਹੋਈ ਹੈ,
ਤੁਸੀਂ ਬਿਲਕੁਲ ਕੈਨੇਡਾ ਜਾ ਸਕਦੇ ਹੋ। ਬਸ ਤੁਹਾਨੂੰ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਹੈ ਕਿ ਤੁਹਾਡਾ ਗੈਪ ਕਿੰਨਾ ਹੈ। ਜੇ ਤੁਸੀਂ ਆਪਣੀ ਕੋਈ ਜੌਬ ਕੀਤੀ ਹੈ, ਤੁਹਾਨੂੰ ਉਸ ਜੌਬ ਦੀ ਕਲੈਰੀਫਿਕੇਸ਼ਨ ਦੇਣੀ ਹੈ। ਜੇ ਦੂਜੀ ਆਪਾਂ ਗੱਲ ਕਰੀਏ ਕਿ ਤੁਹਾਡਾ ਬੈਂਡ ਸਕੋਰ ਕਿੰਨਾ, ਬੈਂਡ ਸਕੋਰ ਨੂੰ ਵੀ ਤੁਸੀਂ ਅਬਾਈਡ ਕਰਨਾ ਹੈ। ਸੋ ਇਹ ਸਾਰੀ ਚੀਜ਼ਾਂ ਨੂੰ ਲੈ ਕੇ ਐਂਡ ਫਿਰ ਸਭ ਤੋਂ ਇੰਪੋਰਟੈਂਟ ਗੱਲ ਆਉਂਦੀ ਹੈ ਸਾਡੀ ਕੋਰਸ ਸਿਲੈਕਸ਼ਨ, ਜੋ ਮੈਂ ਸ਼ੁਰੂ ਤੋਂ ਜਿਸ ਪੁਆਇੰਟ ਤੇ ਫੋਕਸ ਕਰ ਰਹੀ ਹਾਂ ਕਿ ਸਾਡੀ ਕੋਰਸ ਸਿਲੈਕਸ਼ਨ, ਤੁਹਾਡੀ ਕੋਰਸ ਸਿਲੈਕਸ਼ਨ ਇਹੋ ਜਿਹੀ ਹੋਣੀ ਚਾਹੀਦੀ ਹੈ ਜੋ ਤੁਹਾਡੀ ਮਾਸਟਰਸ ਦੀ ਵੀ ਅਪਗ੍ਰੇਡੇਸ਼ਨ ਹੋਏ। ਸੋ ਇਹ ਬਹੁਤ ਵੱਡਾ ਆਈ ਊਡ ਸੇ ਕਿ ਇੱਕ ਬਹੁਤ ਵੱਡਾ ਡਿਸੀਜਨ ਹੈ ਬੱਚੇ ਲਈ ਕਿ ਮਾਸਟਰਸ ਤੋਂ ਬਾਅਦ, ਬਿਕੋਜ਼ 12th ਤੋਂ ਬਾਅਦ ਜਿਵੇਂ ਸਾਰਿਆਂ ਨੂੰ ਪਤਾ ਹੈ ਕਿ ਆਪਸ਼ਨਸ ਬਹੁਤ ਨੇ ਬੱਚਿਆਂ ਕੋਲ, ਗ੍ਰੈਜੂਏਸ਼ਨ ਤੋਂ ਬਾਅਦ ਵੀ ਬਹੁਤ ਨੇ। ਮਾਸਟਰਸ ਤੋਂ ਬਾਅਦ ਸਾਨੂੰ ਇਹ ਦੇਖਣਾ ਪੈਂਦਾ ਹੈ ਕਿ ਸੂਟੇਬਲ ਕੋਰਸ ਅਸੀਂ ਕਿਹੜਾ ਦਈਏ ਬੱਚੇ ਨੂੰ ਕਿ ਉਹਦੇ ਇਹ ਦੋਨੋਂ ਪੁਆਇੰਟਸ ਕਵਰ ਹੋ ਕੇ ਵੀਜ਼ਾ ਅਪਰੂਵਲ ਆਏ। ਸਿਰਫ ਆਫਰ ਲੈਟਰ ਸਾਨੂੰ ਨਹੀਂ ਚਾਹੀਦੀ ਹੈ, ਸਾਨੂੰ ਵੀਜ਼ਾ ਅਪਰੂਵਲ ਲਈ ਕੰਮ ਕਰਨਾ ਹੈ। ਜੀ ਬਿਲਕੁਲ ਤੁਹਾਡੀ ਪ੍ਰੋਫਾਈਲ ਤੇ ਵਿਜ਼ਿਟ ਕਰਦੀ ਪਈ ਸੀ, ਸੋ ਇੱਕ ਸਵਾਲ ਜਿਹੜਾ ਹੈਗਾ ਮੈਂ ਨੋਟ ਕੀਤਾ ਸੀ, ਉਸ ਸਵਾਲ ਦੇ ਉੱਤੇ ਮੈਂ ਥੋੜਾ ਜਿਹਾ ਚਾਨਣਾ ਪਾਉਣਾ ਚਾਹੂੰਗੀ, ਸਾਡੇ ਦਰਸ਼ਕਾਂ ਦੇ ਨਾਲ ਵੀ ਸਾਂਝਾ ਕਰਨਾ ਚਾਹੂੰਗੀ। ਮਾਸਟਰ ਡਿਗਰੀ ਨਾਲ ਜੁੜਿਆ ਸਵਾਲ ਹੈ ਜੀ, ਬੀਐਡ ਐਮਐਡ ਕਰਕੇ ਬਹੁਤ ਸਾਰੇ ਸਟੂਡੈਂਟ ਇੱਥੇ ਬੈਠੇ ਨੇ। ਸੋ ਐਮਐਡ ਕੀਤੀ ਹੋਈ ਹੈ ਜੀ ਕੁੜੀ ਨੇ, 68% ਮਾਰਕਸ ਨੇ ਐਮਐਡ ਦੇ ਵਿੱਚ ਤੇ 1 ਸਾਲ ਦਾ ਗੈਪ ਹੈ। ਗੈਪ ਵੀ ਇਸ ਤਰੀਕੇ ਦੇ ਨਾਲ ਗੈਪ ਨਹੀਂ ਕਹਿ ਸਕਦੇ, ਉਹਨਾਂ ਨੇ ਕੋਰਸਪੋਂਡੈਂਸ ਦੇ ਨਾਲ ਇੱਕ ਕੰਪਿਊਟਰ ਦਾ ਡਿਪਲੋਮਾ ਕੀਤਾ ਹੈ। ਸਟੱਡੀ ਜਿਹੜੀ ਹੈਗੀ ਹੈ ਉਹਨਾਂ ਦੀ ਐਮਐਡ ਹੈਗੀ ਹੈ, ਟੀਚਿੰਗ ਨਾਲ ਰਿਲੇਟਡ ਹੈ, ਤੇ ਜਿਹੜਾ ਕੰਪਿਊਟਰ ਦਾ ਉਹਨਾਂ ਨੇ ਡਿਪਲੋਮਾ ਕੀਤਾ ਹੈ ਉਹ ਗ੍ਰੈਜੂਏਸ਼ਨ ਤੋਂ ਬਾਅਦ ਜਿਹੜਾ ਡਿਪਲੋਮਾ ਹੁੰਦਾ ਹੈ ਉਹ ਉਹਨਾਂ ਨੇ ਡਿਪਲੋਮਾ ਕੀਤਾ। ਉਹਨਾਂ ਨੇ ਮੈਂਸ਼ਨ ਨਹੀਂ ਕੀਤਾ ਵੀ ਡਿਪਲੋਮਾ ਕਿਹੜਾ ਹੈਗਾ। ਤੇ ਉਸ ਤੋਂ ਬਾਅਦ ਉਹਨਾਂ ਕੋਲ ਕਰੋਨਾ ਆ ਗਿਆ, ਲੇਕਿਨ ਕਰੋਨਾ ਦੇ ਚੱਲਦੇ ਵੀ ਉਹ ਆਪਣਾ ਘਰੇ ਜਿਵੇਂ ਕੰਮਕਾਰ ਕਰ ਰਹੇ ਸੀ, ਉਹ ਕੋਈ ਆਨਲਾਈਨ ਵਰਕ ਕਰਦੇ ਪਏ ਸੀਗੇ। ਸੋ ਉਹ ਬੱਚਾ ਜਿਹੜਾ ਹੈਗਾ 6.5 ਬੈਂਡ ਉਹ ਸਟੂਡੈਂਟ ਦੇ ਹੈਗੇ ਆ, ਉਹ ਜਾ ਸਕਦੇ ਨੇ ਕੈਨੇਡਾ ਜਾਂ ਫਿਰ ਨਹੀਂ ਜਾ ਸਕਦੇ? ਸੀ ਬਿਲਕੁਲ ਜਾ ਸਕਦਾ ਹੈ ਬੱਚਾ ਕੈਨੇਡਾ, ਜੇ ਤੁਸੀਂ ਆਪਣੇ ਲੋਕਡਾਊਨ ਦੇ ਡਿਊਰਿੰਗ ਆਪਣੇ ਘਰੋਂ ਕੰਮ ਕਰ ਰਹੇ ਸੀ। ਇਹ ਸਾਰੀ ਚੀਜ਼ਾਂ ਆਪਾਂ ਸਟੇਟਮੈਂਟ ਆਫ ਪਰਪਸ, ਇਹ ਇੱਥੇ ਇੰਪੋਰਟੈਂਸ ਆਉਂਦੀ ਹੈ ਸਾਡੀ ਐਸਓਪੀ ਦੀ। ਸਟੇਟਮੈਂਟ ਆਫ ਪਰਪਸ ਵਿੱਚ ਅਸੀਂ ਤੁਹਾਡੀ ਸਾਰੀ ਐਕਸਪਲੇਨੇਸ਼ਨ ਦਵਾਂਗੇ ਕਿ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰਕੇ ਜੌਬ ਕਰ ਰਹੇ ਸੀ ਕਰੋ, ਤੇ ਜੌਬ ਕਿਸ ਕੈਟਾਗਰੀ ਵਿੱਚ ਕਰ ਰਹੇ ਸੀ। ਇੱਥੇ ਸਵਾਲ ਇਹ ਵੀ ਸੀਸੀ ਰਾਹੀਂ ਉਹਨਾਂ ਨੇ ਆਪਣਾ ਡਿਪਲੋਮਾ ਕੀਤਾ, ਪਹਿਲੀ ਰੈਗੂਲਰ ਸਟੱਡੀ ਸੀ, ਫਿਰ ਕੋਰਸਪੋਂਡੈਂਸ ਨਾਲ ਹੋ ਗਿਆ, ਕੋਈ ਪ੍ਰੋਬਲਮ ਤੇ ਨਹੀਂ ਹੈਗੀ? ਬਿਲਕੁਲ ਕੋਈ ਪ੍ਰੋਬਲਮ ਨਹੀਂ ਹੈ, ਬੱਚੇ ਨੂੰ ਬਹੁਤ ਆਰਾਮ ਨਾਲ ਪ੍ਰੋਜੈਕਟ ਮੈਨੇਜਮੈਂਟ ਜਿਹੜਾ ਕੋਰਸ ਹੁੰਦਾ ਹੈ ਉਹ ਮਿਲ ਸਕਦਾ। ਸੋ ਬੇਸਿਕਲੀ ਪ੍ਰੋਜੈਕਟ ਮੈਨੇਜਮੈਂਟ ਇਹੋ ਜਿਹਾ ਹੁੰਦਾ ਹੈ, ਉਹ ਆਟੋਮੈਟਿਕਲੀ ਤੁਹਾਡੀ ਪਿਛਲੀ ਪੜ੍ਹਾਈ ਨਾਲ ਰਿਲੇਟ ਕਰਕੇ ਤੁਹਾਡੀ ਅੱਗੇ ਦੀ ਪੜ੍ਹਾਈ ਜਿਹੜਾ 1 ਸਾਲ ਦਾ ਕੋਰਸ ਹੁੰਦਾ, ਸੋ ਬੇਸਿਕਲੀ ਤੁਹਾਡੀ ਪਿਛਲੀ ਪੜ੍ਹਾਈ ਦੇ ਰਿਲੇਟਡ ਹੀ ਹੁੰਦਾ ਹੈ। ਅੱਛਾ, ਮਤਲਬ ਉਹ ਕੰਟੀਨਿਊ ਕਰ ਸਕਦਾ। 6.5 ਬੈਂਡ ਆਏ ਨੇ, not less than 6। ਬਿਲਕੁਲ, ਬਸ ਬੈਂਡ ਸਕੋਰ ਦਾ ਸਾਨੂੰ ਧਿਆਨ ਰੱਖਣਾ, ਜਿਵੇਂ ਤੁਸੀਂ ਕਿਹਾ ਕਿ 6.5 no less than 6, ਬਹੁਤ ਆਰਾਮ ਨਾਲ ਤੁਸੀਂ ਆਪਣੀ ਮਾਸਟਰਸ ਤੋਂ ਬਾਅਦ 1 ਸਾਲ ਦੇ ਕੋਰਸ ਲਈ ਜਾ ਸਕਦੇ ਹੋ। ਜੀ ਮਨਪ੍ਰੀਤ ਜੀ ਦਾ ਇਹ ਸਵਾਲ ਸੀ। ਸੋ ਮਨਪ੍ਰੀਤ ਜੀ ਤੁਸੀਂ ਸੰਪਰਕ ਕਰ ਸਕਦੇ ਹੋ, ਸਕਰੀਨ ਦੇ ਉੱਤੇ ਨੰਬਰ ਲਗਾਤਾਰ ਚੱਲਦਾ ਪਿਆ। ਜੇਕਰ ਤੁਸੀਂ ਵੀ ਸਵਾਲ ਸੁਣ ਚੁੱਕੇ ਹੋ, ਮੈਨੂੰ ਨਹੀਂ ਪਤਾ ਕਿ ਉੱਥੇ ਤੁਹਾਡੇ ਸਵਾਲ ਦਾ ਜਵਾਬ ਮਿਲਿਆ ਸੀ ਕਿ ਨਹੀਂ, ਪਰ ਇੱਥੇ ਮੰਚ ਦੇ ਉੱਤੇ ਅੱਜ ਤੁਹਾਡੇ ਸਵਾਲ ਦਾ ਅਸੀਂ ਜਵਾਬ ਲੈ ਲਿਆ। ਸੋ ਜੇਕਰ ਹੋਰ ਵੀ ਕੋਈ ਦਰਸ਼ਕ ਹੈਗਾ ਇਸ ਤਰੀਕੇ ਦੇ ਨਾਲ ਆਪਣੀ ਪੜ੍ਹਾਈ ਕਰ ਚੁੱਕਿਆ ਹੈ, ਗੈਪ ਹੈਗਾ, ਸੋ ਉਹ ਵੀ ਕੈਨੇਡਾ ਜਾ ਸਕਦਾ ਹੈ। ਗੈਪ ਦੀ ਗੱਲ ਕਰ ਲਈਏ, ਸੋ ਗੈਪ ਕੈਨੇਡਾ ਕਿੰਨਾ ਅਸੈਪਟ ਕਰਦਾ? ਤੁਹਾਡੀ ਜਿਹੜੀ ਤੁਸੀਂ ਹੁਣ ਤੱਕ ਕਿੰਨੇ ਅਸੈਪਟ ਵਾਲੇ ਬੱਚੇ ਨੇ ਗੈਪ ਵਾਲੇ ਜਿਨ੍ਹਾਂ ਦੇ ਵੀਜ਼ੇ ਲਵਾਏ ਨੇ? ਸੀ ਜੇ ਆਪਾਂ ਗੈਪ ਦੀ ਗੱਲ ਕਰੀਏ ਨਾ, ਸਭ ਤੋਂ ਪਹਿਲੀ ਗੱਲ ਹੈ ਗੈਪ 1 ਸਾਲ ਦਾ ਹੋਏ, ਗੈਪ 6 ਸਾਲ ਦਾ ਹੋਏ। ਕੈਨੇਡਾ ਐਕਸਪਲੇਨੇਸ਼ਨ ਮੰਗਦਾ ਹੀ ਮੰਗਦਾ। ਤੁਹਾਡਾ 1 ਸਾਲ ਦਾ ਗੈਪ ਹੈ, ਤੁਹਾਡੇ 6 ਤੋਂ 7 ਸਾਲ ਦਾ ਗੈਪ ਹੈ, ਜੇ ਤੁਹਾਡੇ ਕੋਲ ਐਕਸਪਲੇਨੇਸ਼ਨ ਹੈਗੀ ਹੈ ਇਸ ਟਾਈਮ ਦੀ, ਤੁਸੀਂ ਬਹੁਤ ਆਰਾਮ ਨਾਲ ਕੈਨੇਡਾ ਜਾ ਸਕਦੇ ਹੋ। ਇਟਸ ਓਨਲੀ ਯੂ ਨੀਡ ਟੂ ਐਕਸਪਲੇਨ ਯੋਰ ਗੈਪ, ਦੈਟਸ ਆਲ। ਅੱਛਾ, ਤੇ ਕਰੋਨਾ ਜਿਹੜਾ ਟਾਈਮ ਨਿਕਲ ਗਿਆ, ਇਸ ਟਾਈਮ ਦੇ ਉੱਤੇ ਕਿਉਂਕਿ ਕੰਮ ਬਹੁਤ ਘੱਟ ਚੱਲੇ ਨੇ, ਸਭ ਨੂੰ ਪਤਾ ਹੈ ਕੰਮ ਬਹੁਤ ਘੱਟ ਚੱਲੇ ਨੇ। ਜਿਹੜਾ ਆਨਲਾਈਨ ਕੰਮ ਕਰ ਸਕਦਾ ਸੀ ਉਹਨੇ ਤਾਂ ਕਰ ਲਿਆ, ਜਿਹੜਾ ਨਹੀਂ ਕਰ ਸਕਦਾ ਸੀ ਉਹਨੇ ਕੁਝ ਨਹੀਂ ਕੀਤਾ। ਸੋ ਉਹ ਗੈਪ ਦੇ ਵਿੱਚ ਕੰਸੀਡਰ ਹੋਊਗਾ ਟਾਈਮ ਪੀਰੀਅਡ, ਤੇ ਉਹ ਕਿਸੇ ਨੂੰ ਮੈਂਸ਼ਨ ਕਰਨ ਦੀ ਲੋੜ ਹੈ ਜਾਂ ਫਿਰ ਐਸਓਪੀ 'ਚ ਸਿੱਧਾ ਇਹੀ ਮੈਂਸ਼ਨ ਹੋ ਜਾਊਗਾ ਵੀ ਕਰੋਨਾ ਹੈ? ਕਿਉਂਕਿ ਬੱਚੇ ਬਹੁਤ ਪਰੇਸ਼ਾਨ ਹੈਗੇ ਨੇ। 2000 ਦੇ ਵਿੱਚ 2019 'ਚ ਸਟੱਡੀ ਕਰ ਲਈ, 2020 'ਚ ਆ ਸਾਰਾ ਜੋ ਵੀ ਕਰੋਨਾ ਦਾ ਇੱਕਦਮ ਨਾ ਪੈ ਗਿਆ ਕਹਿਰ, ਸੋ ਕੀ ਬਣੂਗਾ ਉਸ ਬੱਚੇ ਦਾ? ਸੀ ਇਹ ਅਗੇਨ ਇਸ ਇੰਪੋਰਟੈਂਸ ਆ ਜਾਂਦੀ ਹੈ ਸਾਡੇ ਸਟੇਟਮੈਂਟ ਆਫ ਪਰਪਸ ਦੀ। ਸੀ ਇਹ ਵਾਲਾ ਜਿਹੜਾ ਪੈਂਡੇਮਿਕ ਹਿੱਟ ਹੋਇਆ, ਇਹ ਗਲੋਬਲੀ ਹਿੱਟ ਹੋਇਆ, ਆਈ ਨਹੀਂ ਹੈ ਕਿ ਸਿਰਫ ਇੰਡੀਆ 'ਚ ਹਿੱਟ ਹੋਇਆ ਜਾਂ ਸਿਰਫ ਯੂਕੇ 'ਚ ਜਾਂ ਸਿਰਫ ਕੈਨੇਡਾ 'ਚ, ਇਹ ਪੂਰੇ ਵਰਲਡ ਨੂੰ ਲੈ ਕੇ ਡੁੱਬਿਆ ਇਹ ਪੈਂਡੇਮਿਕ। ਸੋ ਇਸ ਗੱਲ ਨੂੰ ਲੈ ਕੇ ਸਾਨੂੰ ਕੁਝ ਵੱਧ ਐਕਸਪਲੇਨ ਕਰਨ ਦੀ ਲੋੜ ਨਹੀਂ ਹੈ, ਅਸੀਂ ਸਿਰਫ ਆਪਣੀ ਸਿਚੁਏਸ਼ਨ ਮੈਂਸ਼ਨ ਕਰ ਦਈਏ ਕਿ ਅਸੀਂ ਕਦ ਆਪਣੀ ਪੜ੍ਹਾਈ ਕੰਪਲੀਟ ਕੀਤੀ ਤੇ ਕਦ ਇਹ ਸਿਚੁਏਸ਼ਨ ਆ ਗਈ ਤੇ ਹੁਣ ਖਤਮ ਹੋ ਕੇ ਅੱਗੇ ਸਾਡਾ ਕੀ ਪਲਾਨ ਹੈ। ਬਹੁਤ ਆਰਾਮ ਨਾਲ ਤੁਹਾਡੀ ਵੀਜ਼ਾ ਆ ਸਕਦੇ। ਬਿਲਕੁਲ, ਸੋ ਕਨਫਿਊਜ਼ ਹੋਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ, ਕਿਉਂਕਿ ਲਾਈਵ ਅਸੀਂ ਕਈ ਵਾਰ ਹੁੰਨੇ ਆ, ਸ਼ੋਅ ਕਰਦੇ ਆ, ਸੋ ਦਰਸ਼ਕ ਸਾਨੂੰ ਕਾਲ ਕਰਦੇ ਨੇ, ਸਵਾਲ ਹੀ ਇਹ ਰੱਖ ਦਿੰਦੇ ਨੇ ਵੀ ਕੀ ਹੋ ਸਕਦਾ ਹੈ। ਮਤਲਬ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀਂ ਹੈ। ਜੇਕਰ ਸਟੱਡੀ ਕੰਪਲੀਟ ਕਰ ਚੁੱਕੇ ਹੋ, 6 ਮਹੀਨਿਆਂ ਦਾ ਗੈਪ ਵੀ ਪੈ ਗਿਆ, ਸਾਲ ਦਾ ਗੈਪ ਵੀ ਪੈ ਗਿਆ, ਸੋ ਬਿਲਕੁਲ ਵੀ ਟੈਨਸ਼ਨ ਲੈਣ ਦੀ ਲੋੜ ਨਹੀਂ। ਅੱਛਾ, ਇੱਕ ਚੀਜ਼ ਹੋਰ ਹੈਗੀ ਹੈ ਵੀ 5 ਬੈਂਡ ਦੇ ਉੱਤੇ ਬਹੁਤ ਮਸ਼ਹੂਰੀਆਂ ਆ ਰਹੀਆਂ ਨੇ ਮਾਰਕੀਟ ਦੇ ਵਿੱਚ, ਤੁਸੀਂ 5 ਬੈਂਡ ਤੇ ਕੈਨੇਡਾ ਜਾ ਸਕਦੇ ਹੋ। ਕੈਨੇਡਾ ਬੱਚਾ 5 ਬੈਂਡ ਉੱਪਰ ਜਾ ਸਕਦਾ ਜਾਂ ਵਿਦਆਊਟ ਆਇਲਸ ਵੀ ਜਾ ਸਕਦਾ?
ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਬਹੁਤ ਪ੍ਰਾਈਵੇਟ ਕਾਲਜ ਵੀ ਇਹੋ ਜਿਹੇ ਹੋਣਗੇ ਜੋ ਤੁਹਾਨੂੰ 5 ਬੈਂਡ ਦੇ ਉੱਤੇ ਆਫਰ ਲੈਟਰ ਦੇ ਦੇਣਗੇ, ਪਰ ਸਾਨੂੰ ਇਹ ਚੀਜ਼ ਸਮਝਣ ਦੀ ਲੋੜ ਹੈ ਕਿ ਆਫਰ ਲੈਟਰ ਆਣਾ ਤੁਹਾਨੂੰ ਵੀਜ਼ਾ ਗਾਰੰਟੀ ਨਹੀਂ ਕਰਦਾ, ਜਿਵੇਂ ਮੈਂ ਸ਼ੁਰੂ ਤੋਂ ਕਹਿ ਰਹੀ ਹਾਂ। ਸੋ ਇਸ ਗੱਲ ਨੂੰ ਲੈ ਕੇ ਜੇ ਮੈਂ ਪਰਸਨਲੀ ਗੱਲ ਕਵਾਂ, 5 ਬੈਂਡ ਵਾਲੇ ਬੱਚੇ ਨੂੰ ਮੈਂ ਹਮੇਸ਼ਾ ਰੀਅਟੈਂਪਟ ਦੀ ਆਪਸ਼ਨ ਦਵਾਂਗੀ ਰਾਦਰ ਦੈਨ ਬੱਚੇ ਦਾ ਇੱਕ ਰਿਫਿਊਜ਼ਲ ਲਵਾ ਕੇ ਉਹਦੀ ਪ੍ਰੋਫਾਈਲ ਖਰਾਬ ਕਰੀਏ। ਜਿਹੜੇ ਬੱਚੇ ਹੁਣ ਰਿਫਿਊਜ਼ ਹੋ ਗਏ, ਬਹੁਤ ਸਾਰੇ ਬੱਚੇ ਨੇ ਐਸਡੀਐਸ ਕੈਟਾਗਰੀ, ਨਾਨ ਐਸਡੀਐਸ ਕੈਟਾਗਰੀ ਵਾਲੇ ਬੜੇ ਬੱਚੇ ਬੈਠੇ ਨੇ, ਰਿਫਿਊਜ਼ ਹੋ ਕੇ ਬੈਠੇ ਨੇ। ਸੋ ਉਹ ਜਿਹੜਾ ਬੱਚਾ ਰਿਫਿਊਜ਼ਲ ਦਾ ਸਾਹਮਣਾ ਕਰਕੇ ਬਹਿ ਗਿਆ, ਦੁਬਾਰਾ ਰੀਅਪਲਾਈ ਕਰੇ ਜਾਂ ਫਿਰ ਵੇਟ ਕਰਨੀ ਚਾਹੀਦੀ ਹੈ ਉਹਨਾਂ ਨੂੰ? ਤੇ ਜੇ ਅਪਕਮਿੰਗ ਇਨਟੇਕਸ ਦੀ ਗੱਲ ਕਰੀਏ, ਸੋ ਕਿਹੜੇ ਇਨਟੇਕ ਜਿਹੜੇ ਨੇ ਉਹ ਕਿਹੜੇ ਬੱਚੇ ਵਾਸਤੇ ਅਵੇਲੇਬਲ ਹੈਗੇ ਨੇ? ਹਾਂਜੀ, ਜੇ ਆਪਾਂ ਰਿਫਿਊਜ਼ ਕੇਸ ਦੀ ਗੱਲ ਕਰੀਏ, ਮੈਂ ਇਹੀ ਸੁਜੈਸਟ ਕਰੂੰਗੀ ਕਿ ਹਜੇ ਆਪਾਂ ਥੋੜਾ ਰੁਕ ਜਾਈਏ, ਐਟਲੀਸਟ ਮੇਨ ਇਨਟੇਕ ਨਿਕਲਣ ਦਈਏ, ਬਿਕੋਜ਼ ਜਿਹੜੇ ਜਨਵਰੀ ਇਨਟੇਕ ਦੇ ਜਿਵੇਂ ਰਿਜ਼ਲਟਸ ਲੇਟ ਹੋ ਰਹੇ, ਜਿਵੇਂ ਮੈਂ ਪਹਿਲਾਂ ਦੱਸਿਆ ਸੀ, ਉਹ ਬਹੁਤ ਬੱਚੇ ਜਿਹੜੀ ਅੱਗੇ ਮਈ ਤੇ ਸੈਪਟੈਂਬਰ ਲਈ ਡੈਫਰਮੈਂਟਸ ਲੈ ਰਹੇ ਹੈ, ਐਂਡ ਮਈ ਇਨਟੇਕ ਬਹੁਤ ਛੋਟੀ ਇਨਟੇਕ ਹੁੰਦੀ ਹੈ। ਸੋ ਮੈਂ ਨਹੀਂ ਚਾਹੁੰਦੀ ਕਿ ਬੱਚਾ ਫੇਰ ਤੋਂ ਲਟਕਿਆ ਜਾਏ, ਸੋ ਤਾਂ ਕਰਕੇ ਬੱਚੇ ਨੂੰ ਥੋੜੀ ਜਿਹੀ ਵੇਟ ਕਰਨੀ ਚਾਹੀਦੀ ਹੈ ਐਂਡ ਸੈਪਟੈਂਬਰ 21 ਲਈ ਅਪਲਾਈ ਕਰਨਾ ਚਾਹੀਦਾ ਹੈ। ਐਂਡ ਜੇ ਆਪਾਂ ਕੋਰਸ ਆਪਸ਼ਨ, ਜਿਵੇਂ ਤੁਸੀਂ ਕਹਿ ਰਹੇ ਹੋ ਕਿ ਅਵੇਲੇਬਿਲਿਟੀ ਦੀ ਗੱਲ ਕਰੀਏ, ਮੇਨ ਇਨਟੇਕ ਵਿੱਚ ਕਾਫੀ ਕੋਰਸਿਸ ਨੇ ਜੋ ਹਜੇ ਅਵੇਲੇਬਲ ਨੇ, ਸੈਪਟੈਂਬਰ ਇਨਟੇਕ ਵਿੱਚ ਤਾਂ ਆਲਮੋਸਟ ਸਾਰੇ ਹੀ ਅਵੇਲੇਬਲ ਨੇ। ਸੋ ਜਿਵੇਂ ਤੁਸੀਂ ਆਪਣੀ ਪ੍ਰੋਫਾਈਲ ਲੈ ਕੇ ਆਓਗੇ ਐਂਡ ਡਿਸਕਸ ਕਰੋਗੇ, ਅਕੋਰਡਿੰਗਲੀ ਮੈਂ ਤੁਹਾਨੂੰ ਦੱਸ ਪਾਉਂਗੀ ਬੈਟਰ ਕਿ ਸਾਡੀ ਮੇਨ ਟੇਕ ਵਿੱਚ ਅਵੇਲੇਬਿਲਿਟੀ ਹੈ ਕਿ ਨਹੀਂ ਹੈ। ਸੈਪਟੈਂਬਰ ਤਾਂ ਅਸੀਂ ਤੁਹਾਨੂੰ ਦੇ ਹੀ ਪਾਵਾਂਗੇ। ਬਹੁਤ ਬਹੁਤ ਧੰਨਵਾਦ ਆਪਣੇ ਰੁਝੇ ਵਿੱਚ ਸਾਨੂੰ ਸਮਾਂ ਦੇਣ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਬਿਲਕੁਲ ਜਿਸ ਤਰੀਕੇ ਦੇ ਨਾਲ ਮੈਮ ਨੇ ਆਪਾਂ ਨੂੰ ਅੱਜ ਬੇहद ਖਾਸ ਜਾਣਕਾਰੀ ਦਿੱਤੀ ਹੈ, ਬਿਲਕੁਲ ਜੇ ਰਿਫਿਊਜ਼ ਹੋ ਚੁੱਕੇ ਹੋ, ਗੈਪ ਹੈਗਾ, ਕੈਨੇਡਾ ਜਾਣਾ ਚਾਹੁੰਦੇ ਹੋ, ਮਨ ਦੇ ਵਿੱਚ ਬਹੁਤ ਸਾਰੇ ਸਵਾਲ ਹੋਣਗੇ, ਦੇਰੀ ਨਾ ਕਰੋ, ਫੋਨ ਚੁੱਕੋ, ਕਾਲ ਕਰੋ ਤੇ ਚੋਪੜਾ ਕੰਸਲਟੈਂਸੀ ਦੇ ਨਾਲ ਸੰਪਰਕ ਕਰੋ। ਇਸੇ ਤਰੀਕੇ ਦੇ ਨਾਲ ਖਾਸ ਐਕਸਪਰਟਸ ਨੂੰ ਲੈ ਕੇ ਇਸ ਮੰਚ ਦੇ ਉੱਤੇ ਆਉਂਦੇ ਰਵਾਂਗੇ ਤੇ ਤੁਹਾਡੇ ਸਵਾਲਾਂ ਨਾਲ, ਜੋ ਤੁਹਾਡੇ ਸਵਾਲਾਂ ਦੇ ਜਵਾਬ ਹੈ, ਉਹਨਾਂ ਨਾਲ ਜਾਣੂ ਕਰਾਉਂਦੇ ਰਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ, ਰੱਖੋ ਆਪਣਾ ਧਿਆਨ। ਸਤਿ ਸ਼੍ਰੀ ਅਕਾਲ।